चंडीगढ़ के सैक्टर 34 ਦੇ ਵਿੱਚ ਹੀ ਹੋਵੇਗਾ ਦਲਜੀਤ ਦੋਸਾਂਝ ਦਾ ਸ਼ੋ। ਹਾਈ ਕੋਰਟ ਨੇ ਸ਼ਰਤਾਂ ਦੇ ਨਾਲ ਲਾਈਵ ਕਨਸਰਟ ਦੀ ਦਿੱਤੀ ਇਜਾਜ਼ਤ। ਮੇਲਾ ਗਰਾਊਂਡ ਤੋਂ ਬਾਹਰ ਆਵਾਜ਼ ਨਾ ਜਾਣ ਦੀ ਹਦਾਇਤ। ਡੱਲੇਵਾਲ ਦਾ ਹਾਲ ਜਾਣਨ ਤੋਂ ਬਾਅਦ ਕਿਸਾਨ ਆਗੂ ਰਾਕੇਸ਼ ਟਕੈਤ ਦਾ ਵੱਡਾ ਦਾਵਾ। ਬੋਲੇ ਮਰਨ ਵਰਤ ਵਾਪਸ ਨਹੀਂ ਲੈਣਗੇ ਡੱਲੇਵਾਲ, ਮੰਗਾਂ ਮੰਨੇ ਜਾਣ ਤੱਕ ਜਾਰੀ ਰਹੇਗਾ ਅੰਦੋਲਨ। ਡੱਲੇਵਾਲ ਦੀ ਵਿਗੜ ਰਹੀ ਸਿਹਤ ਨੂੰ ਲੈ ਕੇ ਸੁਪਰੀਮ ਕੋਰਟ ਸਖਤ। ਡੱਲੇਵਾਲ ਨੂੰ ਫੌਰਨ ਡਾਕਟਰੀ ਸਹਾਇਤਾ ਦੇਣ ਦੇ ਆਦੇਸ਼। ਕਿਹਾ ਤਾਕਤ ਦਾ ਨਾ ਕੀਤਾ ਜਾਵੇ ਇਸਤੇਮਾਲ। ਕਿਸਾਨਾਂ ਨੂੰ ਵੀ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ। ਸੰਸਦ ਦੇ ਵਿੱਚ ਪਹਿਲੇ ਭਾਸ਼ਣ ਦੌਰਾਨ ਪ੍ਰਿयंका ਗਾਂਧੀ ਨੇ ਕਿਸਾਨਾਂ ਦੀ ਚੁੱਕੀ ਆਵਾਜ਼। ਕਿਹਾ ਸਰਕਾਰ ਨੇ ਕਿਸਾਨਾਂ ਨੂੰ ਰੱਬ ਭਰੋਸੇ ਛੱਡਿਆ। MSP ਤਾਂ ਦੂਰ ਦੀ ਗੱਲ, DAP ਵੀ ਨਹੀਂ ਮਿਲ ਰਿਹਾ। ਸ਼ੰਭੂ ਤੇ ਖਨੌਰੀ ਮੋਰਚੇ ਤੇ ਕਿਸਾਨ ਆਗੂ ਗਰਾਹਾਂ ਦਾ ਵੱਡਾ ਬਿਆਨ। ਬੋਲੇ ਹਰ ਗੱਲ ਤੇ ਦਿੱਲੀ ਕੂਚ ਠੀਕ ਨਹੀਂ, ਮੁੱਦਿਆਂ ਤੇ ਨਹੀਂ, ਲੜਾਈ ਲੜਨ ਦੇ ਤਰੀਕੇ ਤੇ ਹੈ ਇਤਰਾਜ਼। ਡੱਲੇਵਾਲ ਦੇ ਮਰਨ ਵਰਤ ਦੇ ਫੈਸਲੇ ਤੇ ਵੀ ਜਤਾਈ ਨਾਰਾਜ਼ਗੀ। हैदराबाद पुलिस ने पुष्पा फेम एक्टर अल्लू अर्जुन ਨੂੰ ਕੀਤਾ गिरफ्तार। मूवी के प्रीमियम दौरान अदाकार के थिएटर ਦੇ ਵਿੱਚ ਪਹੁੰਚਣ ਕਾਰਨ ਮਚੀ ਸੀ ਭਗਦੜ। ਹਾਦਸੇ ਦੌਰਾਨ ਇੱਕ ਮਹਿਲਾ ਦੀ ਹੋਈ ਸੀ ਮੌਤ। ਹਿਮਾਚਲ ਦੇ ਨਾਲਾਗੜ੍ਹ ਦੇ ਵਿੱਚ ਗਾਇਕ ਰਣਜੀਤ ਬਾਵਾ ਦਾ ਸ਼ੋਅ ਰੱਦ। ਹਿੰਦੂ ਜਥੇਬੰਦੀਆਂ ਦੇ ਵਿਰੋਧ ਤੋਂ ਬਾਅਦ ਪ੍ਰਸ਼ਾਸਨ ਨੇ ਲਿਆ ਫੈਸਲਾ। ਬਾਵਾ ਤੇ ਗੀਤ ਦੇ ਵਿੱਚ ਦੇਵੀ ਦੇਵਤਿਆਂ ਤੇ ਇਤਰਾਜ਼ਯੋਗ ਟਿੱਪਣੀ ਕਰਨ ਦਾ ਹੈ ਇਲਜ਼ਾਮ। ਸੈਸ਼ਨ ਦੌਰਾਨ ਰਾਜ ਸਭਾ ਚੇਅਰਮੈਨ ਤੇ ਖੜਗੇ ਦੇ ਵਿਚਾਲੇ ਤਿੱਖੀ ਬਹਿਸ। ਵਿਰੋਧੀ ਧਿਰਾਂ ਨੇ ਜੰਮ ਕੇ ਕੀਤਾ ਹੰਗਾਮਾ ਤਾਂ ਧਨਖੜ ਬੋਲੇ ਮੈਂ ਕਿਸਾਨ ਦਾ ਬੇਟਾ ਝੁਕਦਾ ਨਹੀਂ। ਰਾਜ ਸਭਾ ਦੀ ਕਾਰਵਾਈ ਸੋਮਵਾਰ ਤੱਕ ਦੇ ਲਈ ਮੁਲਤਵੀ। ਧਾਰਮਿਕ ਸਜ਼ਾ ਪੂਰੀ ਕਰਨ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋਏ ਸੁਖਬੀਰ ਸਿੰਘ ਬਾਦਲ। ਕੜਾਹ ਪ੍ਰਸਾਦ ਦੀ ਦੇਗ ਉਪਰੰਤ ਕਰਵਾਈ ਅਰਦਾਸ। 10 ਦਿਨਾਂ ਤੱਕ ਲਗਾਤਾਰ ਨਿਭਾਈ ਹੈ ਸੇਵਾ। ਫਿਨਲੈਂਡ ਤੋਂ ਟ੍ਰੇਨਿੰਗ ਲੈ ਕੇ ਪਰਤੇ ਅਧਿਆਪਕਾਂ ਦੇ ਨਾਲ CM ਮਾਨ ਦਾ ਸੰਵਾਦ। ਟੀਚਰਾਂ ਨੇ ਆਪਣਾ ਐਕਸਪੀਰੀਅੰਸ ਕੀਤਾ ਸ਼ੇਅਰ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ ਇਸ ਬੁਲੇਟਿਨ ਦੇ ਨਾਲ। ਤੇ ਇਸ ਦੀ ਸ਼ੁਰੂਆਤ ਕਰਾਂਗੇ। ਸਭ ਦੀਆਂ ਨਜ਼ਰਾਂ ਇਸ ਸਮੇਂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਉੱਤੇ ਨੇ। ਇਹ ਮਰਨ ਵਰਤ 18ਵੇਂ ਦਿਨ ਦੇ ਵਿੱਚ ਪਹੁੰਚ ਚੁੱਕਿਆ ਹੈ। ਇਹ ਮਰਨ ਵਰਤ 26 ਨਵੰਬਰ ਤੋਂ ਜਾਰੀ ਹੈ ਔਰ ਇਸ ਮਰਨ ਵਰਤ ਦੀ ਵਜ੍ਹਾ ਦੇ ਨਾਲ ਕਿਸਾਨ ਆਗੂ ਇਕੱਠੇ ਹੁੰਦੇ ਹੋਏ ਨਜ਼ਰ ਆ ਰਹੇ ਨੇ। ਫਰਵਰੀ ਤੋਂ ਲੈ ਕੇ ਦਸੰਬਰ ਤੱਕ, ਜਦੋਂ ਤੱਕ ਇਹ ਪੂਰਾ ਮੋਰਚਾ ਪਿਛਲੇ 8-10 ਮਹੀਨੇ ਤੋਂ ਆਪਾਂ ਦੇਖ ਰਹੇ ਹਾਂ, ਤਾਂ ਹੁਣ ਤੱਕ ਇਹ ਮੋਰਚੇ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਪੰਧੇੜ ਤੇ ਡੱਲੇਵਾਲ ਹੀ ਮੁੱਖ ਤੌਰ ਤੇ ਨਜ਼ਰ ਆ ਰਹੇ ਸੀ। ਬਾਕੀ ਜਥੇਬੰਦੀਆਂ ਦਾ ਸਾਥ ਨਹੀਂ ਸੀ। ਪਰ ਡੱਲੇਵਾਲ ਦੇ ਮਰਨ ਵਰਤ ਨੇ ਉਹ ਕਰ ਦਿੱਤਾ ਜੋ ਕਰੀਬ 10 ਮਹੀਨਿਆਂ ਤੋਂ ਜਥੇਬੰਦੀਆਂ ਜਾਂ ਕਿਸਾਨ ਆਗੂ ਕਹਿ ਰਹੇ ਸਨ। ਮਰਨ ਵਰਤ ਦੇ ਉੱਤੇ ਬੈਠੇ ਡੱਲੇਵਾਲ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਨੇ ਸੰਯੁਕਤ ਕਿਸਾਨ ਮੋਰਚਾ ਦੇ ਕਿਸਾਨ ਜਾਂ ਕਿਸਾਨ ਆਗੂ, ਤੇ ਉਹਨਾਂ ਦੇ ਵਿੱਚ ਸਭ ਤੋਂ ਵੱਡਾ ਨਾਮ ਰਾਕੇਸ਼ ਟਕੈਤ ਦਾ। ਜੀ ਹਾਂ, ਡੱਲੇਵਾਲ ਨੂੰ ਮਿਲਣ ਪਹੁੰਚੇ ਨੇ ਰਾਕੇਸ਼ ਟਕੈਤ ਤੇ ਰਾਕੇਸ਼ ਟਕੈਤ ਨੇ ਵੱਡਾ ਦਾਅਵਾ ਕੀਤਾ ਤੇ ਕਿਹਾ ਕਿ ਡੱਲੇਵਾਲ ਆਪਣਾ ਮਰਨ ਵਰਤ ਵਾਪਸ ਨਹੀਂ ਲੈਣਗੇ। ਉਮੀਦ ਕੀਤੀ ਜਾ ਰਹੀ ਸੀ ਕਿ SKM ਦੇ ਕਿਸਾਨ ਆਗੂਆਂ ਦੇ ਨਾਲ ਮੁਲਾਕਾਤ ਤੋਂ ਬਾਅਦ ਡੱਲੇਵਾਲ ਆਪਣੇ ਮਰਨ ਵਰਤ ਨੂੰ ਲੈ ਕੇ ਕੋਈ ਫੈਸਲਾ ਕਰ ਸਕਦੇ ਨੇ। ਇਸ ਸਮੇਂ ਦੀ ਅਹਿਮ ਖਬਰ ਹੈ, ਰਾਕੇਸ਼ ਟਕੈਤ ਕਹਿ ਰਹੇ ਨੇ ਕਿ ਡੱਲੇਵਾਲ ਆਪਣਾ ਮਰਨ ਵਰਤ ਵਾਪਸ ਨਹੀਂ ਲੈਣਗੇ। ਮਰਨ ਵਰਤ ਜਾਰੀ ਰਹੇਗਾ ਡੱਲੇਵਾਲ ਦਾ। ਡੱਲੇਵਾਲ ਆਪਣਾ ਮਰਨ ਵਰਤ ਵਾਪਸ ਨਹੀਂ ਲੈਣਗੇ। ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਮੋਰਚਾ ਜਾਰੀ ਰਹੇਗਾ। ਰਾਕੇਸ਼ ਟਕੈਤ ਦੀ ਜਿਹੜੀ ਟਿੱਪਣੀਆਂ ਹੂਬਹੂ ਮੈਂ ਤੁਹਾਨੂੰ ਦੱਸਾਂ ਤਾਂ ਉਸ ਦੇ ਵਿੱਚ ਉਹ ਜ਼ਿਕਰ ਕਰ ਰਹੇ ਨੇ ਰਾਕੇਸ਼ ਟਕੈਤ। ਉਹ ਕਹਿ ਰਹੇ ਨੇ ਕਿ ਮੈਨੂੰ ਨਹੀਂ ਲੱਗਦਾ ਕਿ ਜਗਜੀਤ ਸਿੰਘ ਡੱਲੇਵਾਲ ਜਿਹੜੇ ਮਰਨ ਵਰਤ ਖਤਮ ਕਰ ਦੇਣਗੇ। ਉਹਨਾਂ ਨੇ ਕਿਹਾ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਇਹ ਮਰਨ ਵਰਤ ਉਹਨਾਂ ਦਾ ਜਾਰੀ ਰਹੇਗਾ। ਤਾਂ ਜ਼ਰੂਰ ਤੁਸੀਂ ਕਹਿ ਸਕਦੇ ਹੋ ਕਿ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਇੱਕ ਵੱਡਾ ਮਾਮਲਾ ਜ਼ਰੂਰ ਹੁੰਦਾ ਜਾ ਰਿਹਾ ਹੈ। ਕਰੀਬ 18 ਦਿਨ ਦਾ ਸਮਾਂ ਹੋ ਚੁੱਕਿਆ ਹੈ। 18ਵੇਂ ਦਿਨ ਦੇ ਵਿੱਚ ਇਸ ਸਮੇਂ ਡੱਲੇਵਾਲ ਦਾ ਮਰਨ ਵਰਤ ਜਾਰੀ ਹੈ। ਸਿਹਤ ਉਹਨਾਂ ਦੀ ਨਿਗਾਰ ਆ ਰਿਹਾ ਹੈ, ਵਜ਼ਨ ਘਟ ਰਿਹਾ ਹੈ ਤੇ ਇਸ ਵਿਚਾਲੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ। ਮੰਗਾਂ ਕੀ ਨੇ? ਸਭ ਤੋਂ ਅਹਿਮ ਮੰਗ ਹੈ ਕਿਸਾਨਾਂ ਦੀ, ਡੱਲੇਵਾਲ ਦੀ, ਪੰਧੇੜ ਦੀ, ਜਾਂ ਜਿਹੜੇ ਸ਼ੰਭੂ ਜਾਂ ਖਨੌਰੀ ਦੇ ਉੱਤੇ ਡਟੇ ਹੋਏ ਨੇ ਉਹਨਾਂ ਦੀ, ਕਿ MSP ਦੀ ਲੀਗਲ ਗਾਰੰਟੀ ਦਿੱਤੀ ਜਾਵੇ। ਹੁਣ MSP ਦੀ ਲੀਗਲ ਗਾਰੰਟੀ ਕਿਵੇਂ ਦਿੱਤੀ ਜਾਏਗੀ, ਇਹ ਵੱਡਾ ਸਵਾਲ ਜ਼ਰੂਰ ਬਣਿਆ ਹੋਇਆ ਹੈ। क्योंकि सरकार दे नाल मुलाकातां दा दौर तां फरवरी दे विच ही होया सी। 4 मुलाकातां होईयां, उस तो बाद मुलाकात कोई नहीं हुई। गलबात दे उत्ते डेडलॉक लग्या होया करीब 10 महीनों तो। ते इस विचाले हुण डੱਲੇਵਾਲ ਦਾ ਮਰਨ ਵਰਤ कि वाकई ही इस अंदोलन नूं एक
ਨਵੀਂ ਰੂਪਰੇਖਾ ਦੇ ਸਕਦਾ ਹੈ ਜਾਂ ਦੇ ਰਿਹਾ ਹੈ। ਸਿੱਧਾ ਰੁਕ ਕਰਦੇ ਹਾਂ ਖਨੌਰੀ ਬਾਰਡਰ ਦਾ। ਸਾਡੇ ਸਹਿਯੋਗੀ ਚਰਨਜੀਤ ਕੌਸ਼ਲ ਜੁੜੇ ਹੋਏ ਨੇ। ਚਰਨਜੀਤ, ਓਵਰ ਟੂ ਯੂ। मैं रुक करांगा साडे सहयोगी दा, पर उस तो पहला असं रुक करते शंभू बॉर्डर दा। उत्थों सरवण सिंह पंधेर बोल रहे हैं कि कुछ कह रहे हैं, सुनते हैं। हमें इसके पीछे षड्यंत्र भी हो सकता है कि अंदर क्या कुछ बन रहा है, क्या कोई योजना बन रही है। और जो हमने कल भी कहा था, डिजिटल इमरजेंसी लगाने की तैयारी हो रही है। हम आपके माध्यम से फिर बोलना चाहेंगे सबको, अगर डिजिटल इमरजेंसी लग जाए, हमारे पेज और मीडिया को दूर धकेल दिया जाए हमसे, सोच लेना मोर्चों के ऊपर सरकार हमलावर रुख अपना रही है। तो मोर्चों की ओर, शंभू मोर्चे की ओर, खनौरी मोर्चे की ओर और मोर्चों की ओर बढ़ना, ये संकेत हो जाएंगे। दूसरा, जो भाजपा के एमपी रामचंद्र झाखड़ा जो है, उनका आज बयान आया है। तो जो मैं बोल रहा था, दुष्प्रचार में सरकार जुटी हुई है। अब जहां आंदोलन चला गया, जिस तरह से हमारा 100 आदमी, 101 आदमी इधर बैरिकेटिंग की ओर बढ़ रहा है, जहां उन्होंने बैरिकेटिंग और पक्की कर ली है, एंगल्स वगैरह लगा दिए हैं। लगातार हम देखते हैं बिल्डिंग सेट चलता ही रहता है, चलता रहता है। बेशक ये देश के लोगों को लगे कि आप बैरिकेडिंग पार नहीं कर पा रहे, और हम ये भी मानते भी जिस तरह का उधर से अर्धसैनिक फोर्स लगे हुए हैं, जिस तरह से वो गैसें हमारे किसानों के ऊपर मार रहे हैं, हंजू गैस और अन्य हथियारों का इस्तेमाल करते हैं, 101 आदमी की समर्था नहीं है वो आगे बढ़ जाए। लेकिन बात इससे बड़ी बात है, हमारा 100 का जत्था आगे बढ़ता है और सरकार का तशद्दुद सहता है, ऐसा हमने देखा। ये प्रक्रिया से हमारी बात, हमारा मैसेज भारत के हर गांव में जा रहा है। भारत के हर चूल्हे पर जहां हमारी मां बहनें काम करती, उनको पास हमारा संदेश जा रहा है। हम पूरी दुनिया तक अपना संदेश ले जाने में कामयाब हो गए हैं, और भारत सरकार नैतिक तौर पर हार चुकी है। आज तक हमें कोई भी मंत्री बताने के लिए तैयार नहीं है कि 101 आदमी पैदल चलकर देश के अमन कानून के लिए कैसा खतरा साबित हो सकता है। कुछ बताओ तो सही, कुछ नहीं बता रहे। आनन फानन बयानबाजी हो रही है, कोई कुछ बोल रहा है, कोई कुछ बोल रहा है। जो रामचंद्रन एमपी का मैंने जिक्र किया, हाँ, रामचंद्र जागड़ा जी, जो उनका सभी सुबह हमें वीडियो मिला, और उन्होंने नई बात क्यों बोली? सरकार अंदर से हिल गई है, सरकार अंदर से कांप उठी है, ये उनके बयान बता रहे हैं। वो हरियाणा के लोगों को बोल रहे हैं कि आंदोलन की जरूरत नहीं है, आप धरना मुजाहरा मत करें, मोदी सरकार सब कुछ कर रही है। क्या कर रही है नहीं बताया उन्होंने। वो बॉर्डरों के ऊपर शेलिंग कर रही है, ऐसे काम बोल रहे हैं आप पैदल किसानों को दिल्ली नहीं जाने देते, ये काम कर रही है। वो जहरीली गैसें किसानों के ऊपर डाल रही, ये काम कर रही है। बताए तो सही कि कौन सा काम कर रही है, ये बताने में वो असमर्थ है। उन्होंने दूसरा आरोप लगाया कि पिछले दिल्ली आंदोलन में और यहां सिंघू बॉर्डर, उधर टिकरी बॉर्डर, जैसे गाजीपुर बॉर्डर में मोर्चे थे, बोला ग्रामीणों की 700 लड़कियां गायब हो गई हैं, इसका ऐसा उनका आरोप था। आपकी सरकार है, हरियाणा में भी आपकी सरकार, दिल्ली में भी आपकी सरकार, पुलिस प्रशासन आपके हाथ में है। आज तक कौन सी एफआईआर हुई, थोड़ा बताइए तो सही है। आप इतनी देर तक चुप क्यों रहे? आज आप क्यों बोले हैं? आपकी टाइमिंग, जब मोर्चा पूरी दुनिया में अपना मैसेज कन्वे कर रहा है, पिकअप पे जा रहा, आज आपने क्यों बयान दिया? आप क्यों हरियाणा की माओ बहनों के
इज्जत उछाल रहे हैं। अगर आपके पास कुछ तथ्य हैं, देश के सामने रखिए। आपके पास ईडी है, सीबीआई है, सारी एजेंसियां आपके पास है, आप उसकी जांच कीजिए अगर ऐसा हुआ है। नहीं तो उन्हें बयान पर माफी मांगनी चाहिए। दूसरा, जेपी नड्डा जी जो भाजपा के प्रधान है पार्टी के, हम कहते हैं ये आपका एमपी है, इसकी मेंबरशिप खारिज होनी चाहिए, इसको पार्टी से बाहर निकालना चाहिए। इसका देश में बैठी भाजपा को स्पष्टीकरण देना चाहिए, इनका नेता क्या बोल रहा है। हम इस बयान की दोनों फोरम कड़ी निंदा करते हैं और हम ये भी मानते हैं ये बयान दोनों समुदाय को झगड़ाने वाला है, लड़ाने वाला, भड़काने वाला है, देश को गुमराह करने वाला है। उन्होंने ऐसा भी कहा कि जो नशा हरियाणा में आज युवा कर रहे हैं, किसी किस्म का भी हो, वो बॉर्डरों पर बिकता रहा है। हमारा फिर सवाल है सत्ता में बैठी मोदी सरकार से, जब नशा बेचा जा रहा तो आपकी पुलिस क्या कर रही थी? आपकी पुलिस मूक दर्शन बैठे क्यों देख रही थी? ये हमें बदनाम करने का सबसे बड़ा षड्यंत्र है। जो मैंने पहले बोला कि किसानों की समस्याओं को पर ध्यान देने के उनका कोई टाइम नहीं है, जो वो हमारे खिलाफ षड्यंत्र कर रहे हैं। उन्हें लगता है सत्ता पक्ष हो या विपक्ष हो, उनको लगता हम देश की पार्लियामेंट में किसान मजदूर का मुद्दा नहीं उठाएंगे। पहले अडानी जी के मुद्दे पर इतना हो हल्ला हुआ, यूपी के मुद्दे में, अब एक देश एक इलेक्शन का नया फार्मूला चल रहा है, संविधान पे चर्चा हो रही है। हम कहते हैं देश के रक्षा मंत्री को आज संविधान पे उन्होंने चर्चा करी है। हम बोलते हैं भाई ये कौन से संविधान के अनुसार हाईवे के ऊपर ये दीवार निकालेगी? रक्षा मंत्री जी कृपया देश को जरूर बताएं, ये कौन के संविधान के अनुसार 101 आदमियों को रोका जा रहा है? ये भी चर्चा पे आना चाहिए। अगर आप संविधान पे ऊपर चर्चा कर रहे हैं कि संविधान के अनुसार हमने अगले 11 सालों में अपना कार्य किया है, और शहीद शुभकर्ण जी को किस संविधान के अनुसार गोलियां मारी गई? 433 किसान पहले जख्मी हुए, अब लगभग 25-26 किसान अब जख्मी हुए। इनको किस संविधान के अनुसार टारगेट किया गया? ये भी डिबेट में जो आज पार्लियामेंट में चल रही है उनमें उठाया जाना चाहिए, ऐसा हम मानते हैं। अभी तक जो सवाल हमने मीडिया में रखे, जो सवाल हमने उठाए, अभी तक हमें उनका कभी भी जवाब नहीं आया और ना इस बयान का भी आएगा। वो बयान और जो हमारा मुद्दा चल रहा है उसको डीरेल करने के लिए आगे की बात और करेंगे। जो पंजाब वाले बोल रहे हैं, भाजपा के लीडर, आप बोलिए हम नंगे पैर आपके साथ जाएंगे। ये कौन सा तरीका हुआ भाई बातचीत करने का? तो ये गैर संजीदा बातें भाजपा के प्रवक्ता पंजाब में करते हैं और हम फिर बोल रहे हैं कि किसान मजदूर आपसे दुखी है और वो आर पार की लड़ाई लड़ने के लिए तैयार बैठा है। इससे पहले कि वो आंदोलन इतना जोरदार करे, आप वार्ता शुरू कीजिए। आज जो सुप्रीम कोर्ट में जो ये सिलसिले में जो शंभू बॉर्डर पे डली हुई पिटीशन थी, उसकी भी सुनवाई हुई और उसमें जो हमें मीडिया के थ्रू मालूम हुआ, ना हार्ड कॉपी है हमारे पास, ना वकील से बात कर पाया हूं, दोनों फोरमों तो सोच के बोलेंगे असल में हमारा ऑफिशियल बयान क्या है। पहली प्रतिक्रिया है और सबसे अच्छी कि सरकार किसान नेताओं से सीधी बातचीत शुरू करे। उन्होंने ये भी हमने मीडिया के थ्रू सुना भी बल प्रयोग ना करे। अब देखेंगे जो टिप्पणियां बाहर निकल के आई हैं ये क्या उसके ऊपर रिएक्शन करते हैं। तो हमारे साथ पीटी जोन भी है, ये केरला से है, सैमिटन यूनियन जो 17 यूनियन ये केरला से हमारी सपोर्ट करते, तमिल से भी बहुत से लोग हमारे पास यहाँ आए, सोए हुए थे, कल के चले हुए हैं।
और इनको हम बाद में बुलाएंगे। बहुत सारी बातें अभी नहीं मालूम। मैंने बोला जो बोल रहे भी अकेला पंजाब का आंदोलन है, इनका परिचय भी हम लोग बता देंगे। बस मैं कहूँगा 1 मिनट के लिए पीटी जूर अपनी बात रखे। पंजाब का किसान लोग लड़ाई कर रहे हैं, सारा देश का किसान का इश्यूज पर है। हमको एमएसपी लीगल गारंटी मिलने के लिए पंजाब का किसान लोग इतना दे आर सफरिंग अ लॉट, एंड वी आर ऑल the South Indian farmers from Kerala, Tamil Nadu, Karnataka, everybody is with Punjab because of the climatic situation and the distance. We are not able to come and stand here because this kind of cold and this situation, weather situation, we are difficult to come and stand here in the struggle. But we are requesting the government, please come down for the discussions and bring the law. MSP guarantee law must be piloted before the parliament, and we will not go back the struggle. We will continue the struggle till the MSP कानून is passed. Thank you. हाँ, बरामके साहब थोड़े ना गल कर लेंगे। हाँ जी, सारे पत्रकार भाईचारे ਨੂੰ ਸਤਿ ਸ਼੍ਰੀ ਅਕਾਲ। ਉਹ ਜਿਸ ਤਰ੍ਹਾਂ ਪੰਧੇਰ ਸਾਹਿਬ ਨੇ ਦੱਸਿਆ ਹੈਗਾ ਕਿ ਕੱਲ ਦੀਆਂ ਗੁਪਤ ਸੂਚਨਾਵਾਂ ਮਿਲ ਰਹੀਆਂ ਨੇ ਵੀ ਕੱਲ ਨੂੰ ਜੋ ਜਥਾ 101 ਕਿਸਾਨਾਂ ਦਾ ਦਿੱਲੀ ਵੱਲ ਨੂੰ ਕੂਚ ਕਰ ਰਿਹਾ, ਪਤਾ ਲੱਗਾ ਹੈ ਕਿ ਜਿਹੜੇ ਕੁਝ ਸ਼ਰਾਰਤੀ ਲੋਕ ਨੇ ਉਹ ਸਰਕਾਰ ਵੱਲੋਂ ਇਸ ਜਥੇ ਦੇ ਵਿੱਚ ਘੁਸਪੈਠ ਕਰ ਸਕਦੇ ਨੇ। ਵੈਸੇ ਤਾਂ ਅਸੀਂ ਪੂਰੀ ਬੈਰੀਕੇਡਿੰਗ ਕਰਾਂਗੇ, ਪੂਰਾ ਪਹਿਰਾ ਦਿੱਤਾ ਜਾਵੇਗਾ, ਪਰ ਸਰਕਾਰ ਦੇ ਇਦਾਂ ਦੇ ਛੜਯੰਤਰ ਜਿਹੜੇ ਨੇ ਉਹ ਬਿਲਕੁਲ ਨਿੰਦਣਯੋਗ ਨੇ। ਜੇਕਰ ਸਰਕਾਰ ਵੱਲੋਂ ਇਸ ਤਰ੍ਹਾਂ ਦਾ ਕੋਈ ਗੱਲਬਾਤ ਕਰੇਗੀ ਤੇ ਜਿਹੜੇ ਕਿਸਾਨ ਨੇ ਉਹ ਇਸ ਚੀਜ਼ ਦਾ ਟਾਕਰਾ ਕਰਨਗੇ। ਔਰ ਦੂਜੀ ਗੱਲ, ਇਸੇ ਤਰ੍ਹਾਂ ਖਨੌਰੀ ਬਾਰਡਰ ਦੇ ਉੱਪਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਾਹਿਬ, ਜਿਨ੍ਹਾਂ ਦਾ ਮਰਨ ਵਰਤ ਅੱਜ 18ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕਿਆ, ਉੱਥੇ ਵੀ ਇਸੇ ਤਰ੍ਹਾਂ ਸਰਕਾਰ ਚਾਹੁੰਦੀ ਹੈ ਵੀ ਕਿਸੇ ਤਰੀਕੇ ਦੇ ਨਾਲ ਡੱਲੇਵਾਲ ਸਾਹਿਬ ਨੂੰ ਉੱਥੋਂ ਚੱਕ ਲਿਆ ਜਾਵੇ ਔਰ ਉਹਦੇ ਨਾਲ ਉਹੋ ਹੀ ਬਿਹੇਵ ਕੀਤਾ ਜਾਵੇ ਜਿਸ ਤਰ੍ਹਾਂ ਬਾਪੂ ਸੂਰਤਾ ਸਿੰਘ ਜਾਂ ਹੋਰ ਲੋਕਾਂ ਦੇ ਨਾਲ ਕੀਤਾ ਗਿਆ। ਪਰ ਇਸ ਤਰ੍ਹਾਂ ਦੀਆਂ ਜਿਹੜੇ ਛੜਯੰਤਰ ਨੇ ਸਰਕਾਰਾਂ ਦੇ, ਉਹ ਕਿਸਾਨ ਪੂਰੇ ਨਹੀਂ ਹੋਣ ਦੇਣਗੇ। ਡੱਲੇਵਾਲ ਸਾਹਿਬ ਦੇ ਆਸੇ-ਪਾਸੇ ਇਰਦ-ਗਿਰਦ ਪੱਕੇ ਤੌਰ ਤੇ ਕਿਸਾਨਾਂ ਨੇ ਮਜ਼ਬੂਤੀ ਬਣਾਈ ਹੋਈ ਹੈ। ਜੇਕਰ ਕੋਈ ਸਰਕਾਰੀ ਮੁਲਾਜ਼ਮ ਜਾਂ ਹੋਰ ਸਰਕਾਰੀ ਤੰਤਰ ਇਕੱਠੇ ਹੋ ਕੇ, ਹਰਿਆਣੇ ਦੀ ਸਰਕਾਰ, ਪੰਜਾਬ ਸਰਕਾਰ ਇਕੱਠੇ ਹੋ ਕੇ ਮੁਲਾਜ਼ਮ ਆਉਂਦੇ ਨੇ, ਅਫਸਰਸ਼ਾਹੀ ਆਉਂਦੀ ਹੈ, ਤੇ ਉਹਦਾ ਜਿਹੜਾ ਇੱਟ ਦਾ ਜਵਾਬ ਹੈ ਉਹ ਪੱਥਰ ਨਾਲ ਦਿੱਤਾ ਜਾਵੇਗਾ ਤੇ ਕਿਸੇ ਵੀ ਕੀਮਤ ਤੇ ਅਸੀਂ ਆਪਣੇ ਆਗੂ ਨੂੰ ਖਨੌਰੀ ਬਾਰਡਰ ਤੋਂ ਨਹੀਂ ਚੁੱਕਣ ਦੇਵਾਂਗੇ। ਧੰਨਵਾਦ। ਹਾਂ, ਧਿਆਨ ਸਿੰਘ, ਗੁਰਧਿਆਨ ਸਿੰਘ ਜੀ, ਬੀਕੇਯੂ ਪਨੇੜੀ ਤੋਂ। ਅਸਲ 10 ਮਹੀਨਿਆਂ ਦੇ ਵਿੱਚ ਜਿਵੇਂ ਸਰਕਾਰ ਨੇ ਜਾਬਰ ਕਰਿਆ, ਲੋਕਾਂ ਨੇ ਸਭ ਨਾਲ ਉਹਦਾ ਸਾਹਮਣਾ ਕਰਿਆ। ਉਹਦੇ ਵਿੱਚ ਮਿਸਾਲ ਦੇ ਤੌਰ ਤੇ ਚਾਹੇ ਖਨੌਰੀ ਬਾਰਡਰ ਤੇ ਡੱਲੇਵਾਲ ਸਾਹਿਬ ਦੀ ਜਿਹੜਾ ਮਰਨ ਵਰਤ ਸ਼ੁਰੂ ਕਰਿਆ ਮੇਨ ਲੀਡਰਸ਼ਿਪ ਨੇ, ਦੂਜੇ ਪਾਸੇ ਸ਼ੰਭੂ ਬਾਰਡਰ ਤੇ ਲਾ ਲਓ, ਜਿਵੇਂ 6 ਤਰੀਕ ਨੂੰ ਪਹਿਲਾ ਜਥਾ ਹੈਗਾ ਤੇ ਜਾਂ 8 ਨੂੰ, ਉਹਦੇ ਵਿੱਚ ਜਿਹੜੇ ਮੇਨ ਲੀਡਰ ਤੇ ਉਹ ਆਪ ਅੱਗੇ ਹੋ ਕੇ ਚੱਲੇ ਨੇ, ਸਭ ਨਾਲ ਉਹਦਾ ਸਾਹਮਣਾ ਕਰਿਆ। 14 ਤਰੀਕ ਨੂੰ ਫੇਰ ਜਾਣਾ, ਉੱਥੇ ਵੀ ਸਭ ਨਾਲ, ਜਿਵੇਂ ਸਾਡੇ ਮਲਕੀਤ ਸਿੰਘ ਜੀ ਹੋ ਗਏ ਉਹ ਮੋਰਚੇ ਦੇ ਆਗੂ, ਤੇ ਆਪਣਾ ਲੌਂਗੋਵਾਲ ਜਸਵਿੰਦਰ ਸਿੰਘ ਲੌਂਗੋਵਾਲ, ਉਹ ਅਗਵਾਈ ਕਰਨਗੇ। ਅਸਲ ਮੇਰੇ ਇਲਾਕੇ ਦੇ ਪਟਿਆਲੇ ਸ਼ਹਿਰ ਦੇ ਵਾਸੀਆਂ ਨੂੰ ਜਾਂ ਪੂਰੇ ਪੰਜਾਬ ਦੇ ਲੋਕਾਂ ਨੂੰ, ਭਾਰਤ ਦੇ ਲੋਕਾਂ ਨੂੰ, ਆਹ ਜਿਹੜੀ ਲੜਾਈ ਆ ਪੂਰੇ ਭਾਰਤ ਦੇ ਲੋਕਾਂ ਦੀ ਲੜਾਈ ਆ। ਹਰ ਇੱਕ ਚਾਹੇ ਕੋਈ ਕਿਸਾਨ ਆ ਮੌਜੂਦ ਆ, ਹਰ ਇੱਕ ਵਰਗ ਨੂੰ ਧਿਆਨ ਵਿੱਚ ਰੱਖਦੇ ਆਉਣ, ਸਾਰੇ ਲੋਕਾਂ ਦੀ ਲੜਾਈ ਆ। ਸਾਰਿਆਂ ਨੂੰ ਅਪੀਲ ਆ, ਦੇਖੋ ਮੋਰਚੇ ਦੇ ਵਿੱਚ ਜਿਵੇਂ ਬੀਜੇਪੀ ਸਰਕਾਰ ਲਾ ਲਓ, ਜਿਵੇਂ ਇਹਦਾ ਮਾਹੌਲ ਖਰਾਬ ਕਰ ਰਹੀ ਆ, ਜਿਵੇਂ ਤਰ੍ਹਾਂ ਦੇ ਬਿਆਨਬਾਜ਼ੀ ਦੇ ਰਹੀ ਆ ਵੀ ਪੁਰਾਣੇ ਮੋਰਚੇ ਦੀਆਂ ਗੱਲਾਂ ਕਰ ਰਹੀਆਂ, ਉਹ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਲੋਕਾਂ ਨੂੰ ਅਪੀਲ ਆ ਵੀ ਵੱਡੀ ਗਿਣਤੀ ਵਿੱਚ ਮੋਰਚੇ ਵਿੱਚ ਪਹੁੰਚੋ। ਗੱਲ ਤੋਂ ਠੀਕ ਹੈ ਜੀ। ਹਾਂਜੀ, ਤਾਂ ਸਰਵਨ ਸਿੰਘ ਪੰਧੇਰ ਪ੍ਰੈਸ ਕਾਨਫਰੰਸ ਸ਼ੰਭੂ ਬਾਰਡਰ ਦੇ ਉੱਤੇ ਕਰਦੇ ਹੋਏ ਨਜ਼ਰ ਆਏ ਨੇ। 14 ਤਰੀਕ ਨੂੰ ਇੱਕ ਵਾਰ ਮੁੜ ਤੋਂ 101 ਕਿਸਾਨਾਂ ਦੇ ਜਥੇ
ਦੇ ਵੱਲੋਂ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਹੈ ਔਰ ਜਥੇਬੰਦੀਆਂ ਦੇ ਆਗੂ ਇਹ ਇਲਜ਼ਾਮ ਲਗਾ ਰਹੇ ਨੇ ਕਿ ਸਾਡੇ ਕੋਲ ਇਤਲਾਹ ਜਾਣਕਾਰੀ ਹੈ ਕਿ ਕੁਝ ਸ਼ਰਾਰਤੀ ਅੰਸਰ ਇਸ ਜਥੇ ਦੇ ਵਿੱਚ ਵੜ ਕੇ ਕੁਝ ਹੁੜਦੰਗ ਮਚਾ ਸਕਦੇ ਨੇ ਤਾਂ ਉਹ ਸਰਕਾਰ ਦੇ ਉੱਤੇ ਐਲੀਗੇਸ਼ਨਸ ਲਗਾਏ ਜਾ ਰਹੇ ਨੇ ਕਿ ਸਰਕਾਰ ਇਸ ਤਰੀਕੇ ਨਾਲ ਕੋਈ ਸ਼ਰਾਰਤੀ ਅੰਸਰ ਭੇਜ ਸਕਦੀ ਹੈ। ਤਾਂ ਇੱਕ ਚੇਤਾਵਨੀ ਭਰੇ ਲਹਿਜ਼ੇ ਦੇ ਵਿੱਚ ਕਿਹਾ ਗਿਆ ਕਿ ਜੇਕਰ ਅਜਿਹੀ ਸਥਿਤੀ ਹੋਈ ਤਾਂ ਫਿਰ ਟਾਕਰਾ ਕੀਤਾ ਜਾਵੇਗਾ ਕਿਸਾਨਾਂ ਦੇ ਵੱਲੋਂ। ਕਾਬਲੇ ਗੌਰ ਹੈ ਕਿ ਕਿਸਾਨਾਂ ਨੇ ਪਹਿਲਾਂ 6 ਤਰੀਕ ਨੂੰ ਦਿੱਲੀ ਕੂਚ ਦੀ ਕੋਸ਼ਿਸ਼ ਕੀਤੀ ਸੀ 101 ਕਿਸਾਨਾਂ ਦੇ ਜਥੇ ਨੇ ਤੇ ਉਸ ਤੋਂ ਬਾਅਦ 8 ਤਰੀਕ ਨੂੰ ਕੋਸ਼ਿਸ਼ ਹੋਈ 101 ਕਿਸਾਨਾਂ ਦੇ ਜਥੇ ਦੇ ਵੱਲੋਂ ਦਿੱਲੀ ਕੂਚ ਕਰਨ ਦੀ, ਹਾਲਾਂਕਿ ਕਾਮਯਾਬੀ ਹਾਸਲ ਨਹੀਂ ਹੋਈ ਔਰ ਹੁਣ ਉਸ ਤੋਂ ਬਾਅਦ ਫਿਰ ਹੋਲਡ ਕੀਤਾ ਗਿਆ ਤੇ ਹੁਣ 14 ਤਰੀਕ ਦਾ ਐਲਾਨ ਕੀਤਾ ਗਿਆ, ਯਾਨੀ ਕਿ ਕੱਲ ਸ਼ਨੀਵਾਰ ਨੂੰ ਇੱਕ ਵਾਰ ਫਿਰ ਤੋਂ ਦਿੱਲੀ ਕੂਚ ਦੀ ਕੋਸ਼ਿਸ਼ ਕਿਸਾਨਾਂ ਦੇ ਵੱਲੋਂ ਕੀਤੀ ਜਾਏਗੀ। ਤੇ ਅਸੀਂ ਰਾਕੇਸ਼ ਟਿਕੈਤ ਦਾ ਲਗਾਤਾਰ ਜ਼ਿਕਰ ਕਰ ਰਹੇ ਹਾਂ ਔਰ ਡੱਲੇਵਾਲ ਦੇ ਨਾਲ ਮੁਲਾਕਾਤ ਕਰਨ ਪਹੁੰਚੇ ਨੇ ਭਾਰਤੀ ਕਿਸਾਨ ਯੂਨੀਅਨ ਦੇ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਜੁੜੇ ਹੋਏ ਨੁਮਾਇੰਦੇ ਨੇ, ਉਹਨਾਂ ਦੇ ਵਿੱਚ ਰਾਕੇਸ਼ ਟਿਕੈਤ, ਹਰਿੰਦਰ ਸਿੰਘ ਲੱਖੋਵਾਲ, ਬੂਟਾ ਸਿੰਘ ਸ਼ਾਦੀਪੁਰ ਸਣੇ ਕਈ ਆਗੂ ਨੇ ਜਿਹੜੇ ਮਿਲਣ ਪਹੁੰਚੇ ਨੇ ਤੇ ਇਸ ਵਿਚਾਲੇ ਰਾਕੇਸ਼ ਟਿਕੈਤ ਦੇ ਵੱਲੋਂ ਸਟੇਟਮੈਂਟ ਦਿੱਤੀ ਗਈ। ਰਾਕੇਸ਼ ਟਿਕੈਤ ਨੇ ਕਿਹਾ ਕਿ ਮੈਨੂੰ ਨਹੀਂ ਲੱਗ ਰਿਹਾ ਕਿ ਜਗਜੀਤ ਸਿੰਘ ਡੱਲੇਵਾਲ ਆਪਣਾ ਮਰਨ ਵਰਤ ਖਤਮ ਕਰ ਦੇਣਗੇ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਤਾਂ ਉਹਨਾਂ ਨੇ ਵੱਡਾ ਦਾਅਵਾ ਕੀਤਾ ਹੈ ਜਗਜੀਤ ਸਿੰਘ ਡੱਲੇਵਾਲ ਨੂੰ ਰਹਿ ਕੇ ਰਾਕੇਸ਼ ਟਿਕੈਤ ਨੇ ਮੁਲਾਕਾਤ ਕੀਤੀ ਔਰ ਉਸ ਮੁਲਾਕਾਤ ਤੋਂ ਬਾਅਦ ਇਹ ਦਾਅਵਾ ਕੀਤਾ ਗਿਆ 18 ਦਿਨਾਂ ਤੋਂ ਮਰਨ ਵਰਤ ਉੱਤੇ ਬੈਠੇ ਹੋਏ ਨੇ ਰਾਕੇਸ਼ ਟਿਕੈਤ ਮਿਲਣ ਪਹੁੰਚੇ। 18 ਦਿਨਾਂ ਤੋਂ ਮਰਨ ਵਰਤ ਤੇ ਡੱਲੇਵਾਲ ਜਿਹੜੇ ਬੈਠੇ ਹੋਏ ਨੇ ਉਹਨਾਂ ਨਾਲ ਮੁਲਾਕਾਤ ਕਰਨ ਦੇ ਲਈ ਰਾਕੇਸ਼ ਟਿਕੈਤ ਪਹੁੰਚੇ। ਰਾਕੇਸ਼ ਟਿਕੈਤ ਦੇ ਨਾਲ ਹੋਰ ਵੀ ਆਗੂ ਸਨ ਔਰ ਉੱਥੋਂ ਤਸਵੀਰਾਂ ਵੀ ਸਾਹਮਣੇ ਆਈਆਂ ਤੇ ਰਾਕੇਸ਼ ਟਿਕੈਤ ਸਰਕਾਰ ਦੇ ਉੱਤੇ ਵਰਦੇ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਮੰਗ ਕਰ ਰਹੇ ਨੇ ਕਿ ਮੰਗਾਂ ਮੰਨੀਆਂ ਜਾਣ ਤੇ ਡੱਲੇਵਾਲ ਤਾਂ ਫਿਲਹਾਲ ਨਹੀਂ ਖਤਮ ਕਰਨਗੇ ਆਪਣਾ ਮਰਨ ਵਰਤ। सेहत गिर रही है, उनका सेहत डाउन हो रही है बहुत और हमको सबको चिंता है कि सेहत जिस तरह से रह रही है उनको नुकसान न को हो जाए। सरकार कोई न कोई इसका हल निकाल ले। एक यही है कि बातचीत का माहौल ही क्रिएट कर ले तो उससे ये है कि कुछ समाधान निकल सकता है। ਤੁਸੀਂ ਅੱਜ ਇੱਥੇ ਆਏ ਹੋ ਤਾਂ ਸਾਰੇ ਕਿਸਾਨ ਮੰਗਾਂ, ਕਿਉਂਕਿ ਟਕੈਤ ਸਾਹਿਬ ਉਹੀ ਨੇ ਕੇਂਦਰ ਦੀਆਂ, ਕਿਸਾਨੀ ਮੰਗਾਂ ਉਹੀ ਨੇ ਜੋ ਦਿੱਲੀ ਦੇ ਵਿੱਚ ਸੀ, ਤਾਂ ਪਹਿਲਾਂ ਵਾਂਗ ਸਾਰੇ ਕਿਸਾਨ ਕਦੋਂ ਇਕੱਠੇ ਹੋਣਗੇ, ਕਿਸ ਤਰੀਕੇ ਨਾਲ ਸ਼ੁਰੂਆਤ ਜਿਹੜੀ ਹੈ ਕੀਤੀ ਜਾ ਸਕਦੀ ਹੈ? अभी तो भारत सरकार की बड़ी पॉलिसी है कि देश के किसानों को तोड़ा जाए, उनको अलग अलग बांटा जाए। वो अपने मकसद में कामयाब हो रही है और जब तक किसान इकट्ठा नहीं होगा, खास करके वे जत्थेबंदी जो दिल्ली से इकट्ठी आई उनको इकट्ठा होना पड़ेगा। कुछ बयानबाजी भी गलत होती है, उनको रोक लगानी पड़ेगी जिससे पंजाब और हरियाणा बटेगा। अगर हम SYL की बात करेंगे, वहां के पानी की बात करेंगे तो भी हरियाणा और पंजाब बटेगा। तो बहुत बयानों पे रोक लगानी पड़ेगी, सब लोगों को इकट्ठा होना पड़ेगा। आज जरूरत है कि SKM जो दिल्ली से वापसी आया वो सब इकट्ठा हो। शुरुआत समझ लो इसको और बातचीत शुरू करो। हमने पिछले करीब 4 महीने पहले से ये शुरुआत कर दी। हमने एक 5 मेंबरी कमेटी बनाई है, वो कमेटी इनकी यहाँ कमेटी से बातचीत कर रही है। अब उनकी बातचीत शायद अभी नहीं हुई। ਪਰ ਹੁਣ ਸਮਾਂ ਘੱਟ ਰਹਿ ਗਿਆ, 18 ਦਿਨ ਹੋ ਚੁੱਕੇ ਨੇ। ਜਗਜੀਤ ਡੱਲੇਵਾਲ ਦੀ ਹਾਲਤ ਇੰਨੀ ਕੁ ਜ਼ਿਆਦਾ ਗੰਭੀਰ ਆ ਵੀ ਡਾਕਟਰ ਕਹਿ ਸਕਦੇ ਨੇ ਕਦੇ ਕੁਝ ਵੀ ਹੋ ਸਕਦਾ, ਤਾਂ ਬਹੁਤ ਥੋੜਾ ਸਮਾਂ ਨਹੀਂ ਰਹਿ ਗਿਆ ਕਿ ਸਾਰੇ ਕਿਸਾਨਾਂ ਨੂੰ ਇਕੱਠੇ ਹੋ ਕੇ ਲੜਾਈ ਸ਼ੁਰੂ ਕਰਨੀ अगर ਪਵੇ। कोई घटना होगी तो केंद्र सरकार बयान देगी कि हमारी जमीन पे या वहां पे हमारा सरकार थी ही नहीं। तो ये पंजाब गवर्नमेंट की जिम्मेदारी है कि अनशन कोई कर रहा तो उसका अनशन तुड़वावे। तो अभी ये मूवमेंट भारत सरकार अपने ऊपर नहीं इसको लेगी। ये मूवमेंट जब तक उनकी जमीन पर नहीं होगा तो नहीं लेगी। और किसान संगठनों को तोड़ दिया और उसको बैरिकेटिंग करके उसको रोक दिया। तो हमको सबको इकट्ठा होना पड़ेगा। पंजाब हरियाणा जब इकट्ठा हो जाता है तो पूरा देश इकट्ठा हो जाता है। हमारी जो कमेटी है वो बात करती रहती है, उसके मेंबर चुने गए हैं, वे बातचीत करते हैं। मैं तो नहीं बताता, हम तो आंदोलनकारी, हमें तो जत्थेबंदी ये बताएं कि यहाँ आंदोलन करना, यहाँ भीड़ चाहिए। हम तो भीड़ के कमांडर हैं, बातचीत तो सब लोग और करें। ठीक काम करता है। पहले भी सुप्रीम कोर्ट ने किसानों के खिलाफ कोई ज्यादा बयान और सख्ताई नहीं करी। हम धन्यवाद देते हैं कि आज हमारे लीडर की उन्होंने बातचीत करी है, तो केंद्र सरकार को बात करनी चाहिए उनसे।
ਅੱਜ ਤੁਸੀਂ ਇੱਥੇ ਪਹੁੰਚੇ ਹੋ, ਹੁਣ ਤੁਹਾਡੀ ਮੀਟਿੰਗ ਕੋਈ ਕਦੋਂ ਕੀਤੀ ਜਾਵੇਗੀ ਸਾਰੀਆਂ ਜਥੇਬੰਦੀਆਂ अभी ਦੀ बात करेंगे, अभी कुछ जत्थेबंदी है तो बात करेंगे।